हाँ जी, बेसिक पॉलिटी ਦੀ ਕਲਾਸ 1 ਦੇ ਵਿੱਚ ਤੁਹਾਡਾ ਸਭ ਦਾ ਵੈਲਕਮ ਹੈ ਤੇ ਅਸੀਂ ਗੱਲ ਕਰਾਂਗੇ ਅੱਜ ਬੇਸਿਕ ਪੋਲਿਟੀ ਐਂਡ ਪੋਲਿਟਿਕਸ ਫੈਕਚੁਅਲ ਇਨਫੋਰਮੇਸ਼ਨ ਬਾਰੇ ਵੀ ਗੱਲ ਕਰਾਂਗੇ ਜਿਹੜੇ ਕਿ ਅਕਸਰ ਪੇਪਰ ਦੇ ਵਿੱਚ ਹਰ ਪੇਪਰ ਦੇ ਵਿੱਚ ਇਹ ਕੁਐਸਚਨਸ ਪੁੱਛੇ ਜਾਂਦੇ ਨੇ ਬੇਸਿਕ ਪੋਲਿਟਿਕਸ ਦੇ। ਅਤੇ ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਪੋਲਿਟੀ ਐਂਡ ਪੋਲਿਟਿਕਸ ਜਦੋਂ ਅਕਸਰ ਯੂਥ ਨਾਲ ਗੱਲ ਕਰੀਦੀ ਆ ਕਿ ਉਹਨਾਂ ਦਾ ਏਰੀਆ ਆਫ ਇੰਟਰਸਟ ਕੀ ਆ ਤਾਂ ਮੈਕਸੀਮਮ ਟਾਈਮ ਇਹੀ ਆਨਸਰ ਮਿਲਦਾ ਕਿ ਜੀ ਅਸੀਂ ਪੋਲੀਟਿਕਸ ਨੂੰ ਪਿਆਰ ਕਰਦੇ ਹਾਂ, ਅਸੀਂ ਪੋਲੀਟਿਕਸ ਵਿੱਚ ਜਾਣਾ ਚਾਹੁੰਦੇ ਹਾਂ। ਪਰ ਲੈਕ ਆਫ ਅਵੇਅਰਨੈਸ ਹੋਣ ਕਰਕੇ ਜਾਂ ਤਾਂ ਪੋਲੀਟਿਕਸ ਤੋਂ ਪਿੱਛੇ ਰਹਿ ਜਾਂਦੇ ਨੇ ਜਾਂ ਫਿਰ ਗਲਤ ਰਾਜਨੀਤੀ ਵੱਲ ਚਲੇ ਜਾਂਦੇ ਨੇ ਅਤੇ ਪੋਲੀਟਿਕਸ ਦੇ ਜਿਹੜਾ ਮੂਲ ਢਾਂਚਾ ਆ, ਜਿਹੜਾ ਬੇਸਿਕ ਸਟਰਕਚਰ ਆ, ਉਹ ਤੋਂ ਅਵੇਅਰ ਨਹੀਂ ਹੋ ਪਾਉਂਦੇ। ਅਤੇ ਆਓ ਅਸੀਂ ਗੱਲ ਕਰਾਂਗੇ ਬੇਸਿਕ ਸਟਰਕਚਰ ਬਾਰੇ ਇੰਡੀਅਨ ਪੋਲੀਟੀਕਲ ਸਿਸਟਮ ਦੀ, ਜਿੱਥੇ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਸੰਵਿਧਾਨ ਕੌਨਸਟੀਟਿਊਸ਼ਨ, ਜਿਹੜਾ ਕਿ ਇੱਕ ਕੰਟਰੀ ਦਾ ਇਹੋ ਜਿਹਾ ਡਾਕੂਮੈਂਟ ਹੁੰਦਾ ਜਿਸ ਦੇ ਵਿੱਚ ਸਾਰੇ ਰਿਟਨ ਰੂਲਸ ਹੁੰਦੇ ਨੇ ਅਸੈਪਟਡ ਬਾਏ ਐਵਰੀਵਨ ਲਿਵਿੰਗ ਟੂਗੈਦਰ ਇਨ ਦੈਟ ਕੰਟਰੀ। ਇੱਕ ਪਰਿਵਾਰ ਨੂੰ ਚਲਾਉਣ ਵਾਸਤੇ ਸਾਨੂੰ ਕਾਇਦੇ ਕਾਨੂੰਨ ਵਰਤਣੇ ਪੈਂਦੇ ਨੇ। ਉਸ ਤੋਂ ਬਾਅਦ ਜਦੋਂ ਇੱਕ ਪਿੰਡ ਨੂੰ ਚਲਾਉਣਾ, ਪਿੰਡ ਤੋਂ ਬਾਅਦ ਸ਼ਹਿਰ ਨੂੰ ਚਲਾਉਣਾ ਅਤੇ ਇੱਕ ਦੇਸ਼ ਨੂੰ ਚਲਾਉਣਾ, ਤਾਂ ਉੱਥੇ ਸਾਨੂੰ ਰਿਟਨ ਜਿੰਨੇ ਵੀ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ ਉਸ ਕੰਟਰੀ ਦੇ, ਉਹਨਾਂ ਨੂੰ ਕੌਨਸਟੀਟਿਊਸ਼ਨ ਆਫ ਨੇਸ਼ਨ ਬੋਲਿਆ ਜਾਂਦਾ। ਉਸ ਨੇਸ਼ਨ ਦਾ ਜਿਹੜਾ ਕਿ ਡਿਟਰਮਿਨ ਕਰਦਾ ਰਿਲੇਸ਼ਨਸ਼ਿਪ ਉੱਥੋਂ ਦੇ ਲੋਕਾਂ ਦਾ, ਉੱਥੋਂ ਦੀ ਲੋਕਾਂ ਦੀ ਸਰਕਾਰ ਦੇ ਨਾਲ ਅਤੇ ਉਹਨਾਂ ਦੀ ਸਰਕਾਰ ਦੀ ਪੋਲਿਸੀਜ਼ ਟੂਵਰਡਸ ਦੇਅਰ ਸਿਟੀਜ਼ਨਸ। ਆਓ ਗੱਲ ਕਰਦੇ ਹਾਂ ਭਾਰਤੀ ਕੌਨਸਟੀਟਿਊਸ਼ਨ ਦੀ, ਜਿਹਨੂੰ ਭਾਰਤ ਦਾ ਸੰਵਿਧਾਨ ਜਾਂ ਕੌਨਸਟੀਟਿਊਸ਼ਨ ਆਫ ਇੰਡੀਆ ਵੀ ਕਿਹਾ ਜਾਂਦਾ। ਇਟ ਇਜ਼ ਦਾ ਸੁਪਰੀਮ ਲਾਅ ਆਫ ਦਾ ਲੈਂਡ and it was adopted Constituent Assembly on 26 November 1949। ਇਹ ਕੁਐਸਚਨਸ ਨੇ ਜੀ, ਜਿੰਨੇ ਵੀ ਫੈਕਚੁਅਲ ਡੇਟਸ ਨੇਗੀਆਂ ਕੁਐਸਚਨਸ ਬਣਦੀਆਂ ਨੇ ਜੀ ਪੇਪਰ ਦੇ ਵਿੱਚ। ਉੱਥੇ ਅਕਸਰ ਪੁੱਛ ਲਿਆ ਜਾਂਦਾ ਕਿ ਅਡੋਪਟ ਕਦੋਂ ਹੋਇਆ ਸੀ ਅਤੇ ਇਫੈਕਟਿਵ ਕਦੋਂ ਹੋਇਆ ਸੀ, ਕਿਉਂਕਿ ਕੌਨਸਟੀਟਿਊਸ਼ਨ ਬਿਕੇਮ ਇਫੈਕਟਿਵ ਔਨ 26 ਜਨਵਰੀ 1950। 26 ਨਵੰਬਰ ਨੂੰ ਆਪਣਾ ਕੌਨਸਟੀਟਿਊਸ਼ਨ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ ਅਤੇ ਆਪਾਂ ਅਡੋਪਟ ਕਰ ਲਿਆ ਸੀ। ਪਰ ਇਨਫੋਰਸ ਕਦੋਂ ਤੋਂ ਹੋਇਆ ਸੀ? 26 ਜਨਵਰੀ 1950। ਆਪਾਂ ਉਦੋਂ ਤੱਕ ਵੇਟ ਕੀਤੀ ਸੀ 26 ਨਵੰਬਰ ਤੋਂ ਲੈ ਕੇ 26 ਜਨਵਰੀ ਤੱਕ, ਕਿਉਂਕਿ ਜਿਹੜਾ 26 ਜਨਵਰੀ 1930 ਦੇ ਵਿੱਚ ਆਪਾਂ ਇਹ ਡੇ ਸੈਲੀਬਰੇਟ ਕੀਤਾ ਸੀ ਐਜ਼ ਪੂਰਨ ਸਵਰਾਜ ਡੇ। ਸੋ ਉਸ ਡੇ ਦੀ ਇੰਪੋਰਟੈਂਸ ਨੂੰ ਹਮੇਸ਼ਾ ਦੇ ਲਈ ਰੱਖਣ ਦੇ ਲਈ ਆਪਾਂ ਆਪਣੇ ਜਿਹੜਾ ਕੌਨਸਟੀਟਿਊਸ਼ਨ ਸੀ ਉਹਨੂੰ ਇਫੈਕਟਿਵ ਅਤੇ ਇਨਫੋਰਸ ਕੀਤਾ ਸੀਗਾ 26 ਜਨਵਰੀ 1950, ਜਿਸ ਦਿਨ ਆਪਾਂ ਰਿਪਬਲਿਕ ਡੇ ਸੈਲੀਬਰੇਟ ਕਰਦੇ ਹਾਂ। ਹਾਂਜੀ, ਕੌਨਸਟੀਟਿਊਸ਼ਨ ਆਫ ਇੰਡੀਆ ਡਿਵਾਈਡਡ ਦਾ ਫੰਕਸ਼ਨ ਇਨਟੂ 3 ਇੰਸਟੀਟਿਊਸ਼ਨਸ। ਉਹ ਇੰਸਟੀਟਿਊਟਸ ਜਾਂ ਪਿਲਰ ਵੀ ਕਿਹਾ ਜਾਂਦਾ ਜਿਨ੍ਹਾਂ ਨੂੰ, ਉਹ ਨੇਗੇ ਲੈਜਿਸਲੇਚਰ, ਐਗਜ਼ੈਕਟਿਵਸ ਐਂਡ ਜੁਡੀਸ਼ਰੀ। ਲੈਜਿਸਲੇਚਰ ਦਾ ਮੇਨ ਕੰਮ ਹੁੰਦਾ ਹੈ ਲਾਅ ਮੇਕਿੰਗ, ਕਾਨੂੰਨ ਬਣਾਉਣਾ, ਅਤੇ ਉਸ ਕਾਨੂੰਨ ਨੂੰ ਇੰਪਲੀਮੈਂਟ ਕਰਨ ਦਾ ਕੰਮ ਹੁੰਦਾ ਐਗਜ਼ੈਕਟਿਵਸ ਦਾ। ਐਗਜ਼ੀਕਿਊਟਿਵ ਬੋਡੀਜ਼ ਤੋਂ ਬਾਅਦ ਜੁਡੀਸ਼ਰੀ ਥਰਡ ਜਿਹੜਾ ਆਪਣਾ ਪਿਲਰ ਆ ਜਾਂ ਇੰਸਟੀਟਿਊਟ ਆ, ਉਹਨਾਂ ਦਾ ਕੰਮ ਹੈ ਚੈੱਕ ਐਂਡ ਬੈਲੈਂਸ ਬਿਟਵੀਨ ਰਾਈਟ ਐਂਡ ਰੋਂਗ ਐਂਡ ਦਾ ਵੇਰੀਅਸ ਫੰਕਸ਼ਨਸ ਆਫ ਦਾ ਗੌਰਮੈਂਟ ਐਂਡ ਦਾ ਅਦਰ ਔਰਗੇਨਾਈਜੇਸ਼ਨਸ। ਲੈਜਿਸਲੇਚਰ ਦੀ ਅੱਜ ਗੱਲ ਕਰਾਂਗੇ ਆਪਾਂ। ਇੰਡੀਅਨ ਲੈਜਿਸਲੇਚਰ, ਜਿਹਨੂੰ ਸੈਂਟਰਲ ਲੈਜਿਸਲੇਚਰ ਦੇ ਵਿੱਚ ਪਾਰਲੀਮੈਂਟ ਕਿਹਾ ਜਾਂਦਾ, ਅਤੇ ਸਟੇਟ ਦੇ ਵਿੱਚ ਵੀ ਜਿਹੜੇ ਲੈਜਿਸਲੇਚਰਸ ਬੋਡੀਜ਼ ਨੇਗੀਆਂ ਉਹਨਾਂ ਨੂੰ ਸਟੇਟ ਲੈਜਿਸਲੇਚਰ ਕਿਹਾ ਜਾਂਦਾ। ਸੈਂਟਰਲ ਲੈਜਿਸਲੇਚਰ ਆਪਣਾ ਬਾਈਕੈਮਰਲ ਟਾਈਪ ਦਾ ਆ, ਜਿਹਦੇ ਵਿੱਚ 2 ਹਾਊਸ ਹੁੰਦੇ ਨੇ ਉਸ ਲੈਜਿਸਲੇਚਰ ਦੇ, ਅਤੇ ਜਿਸ ਦਾ ਨਾਂ ਆ ਪਾਰਲੀਮੈਂਟ ਆਫ ਇੰਡੀਆ। ਅਤੇ ਇਹਦੇ 2 ਹਾਊਸਿਸ ਨੇ, ਰਾਜ ਸਭਾ ਜਿਹਨੂੰ ਅੱਪਰ ਹਾਊਸ ਕਿਹਾ ਜਾਂਦਾ, ਲੋਕ ਸਭਾ ਜਿਹਨੂੰ ਲੋਅਰ ਹਾਊਸ ਕਿਹਾ ਜਾਂਦਾ। ਦੂਜੇ ਪਾਸੇ ਅਗਰ ਸਟੇਟ ਲੈਜਿਸਲੇਚਰ ਦੀ ਗੱਲ ਕਰੀਏ ਤਾਂ ਇਹ ਯੂਨੀਕੈਮਰਲ, ਜਿੱਥੇ ਇਕੱਲਾ ਇੱਕੋ ਹੀ ਹਾਊਸ ਹੋ ਸਕਦਾ ਸਟੇਟ ਦੇ ਵਿੱਚ, ਜਿਹਨੂੰ ਵਿਧਾਨ ਸਭਾ ਕਿਹਾ ਜਾਂਦਾ। ਜਿਵੇਂ ਕਿ ਪੰਜਾਬ ਦੇ ਵਿੱਚ ਇਕੱਲਾ ਇੱਕੋ ਹੀ ਹਾਊਸ ਹੈ ਜਿਹਨੂੰ ਵਿਧਾਨ ਸਭਾ ਕਿਹਾ ਜਾਂਦਾ। ਅਤੇ ਇਸ ਦੇ ਜਿਹੜੇ ਮੈਂਬਰ ਨੇ ਇਹਨਾਂ ਨੂੰ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਵੀ ਕਿਹਾ ਜਾਂਦਾ, MLA। ਦੂਜੇ ਪਾਸੇ ਬਾਈਕੈਮਰਲ ਟਾਈਪ ਆਫ ਲੈਜਿਸਲੇਚਰ ਹੁੰਦਾ ਕਈ ਸਟੇਟ ਦੇ ਵਿੱਚ, ਜਿਹਦੇ ਵਿੱਚ 2 ਹਾਊਸਿਸ ਹੁੰਦੇ ਨੇ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ। ਇੰਡੀਆ ਦੇ ਵਿੱਚ ਇਹ ਸਟੇਟਸ ਨੇਗੀਆਂ ਯੂਪੀ, ਬਿਹਾਰ, ਮਹਾਰਾਸ਼ਟਰਾ, ਕਰਨਾਟਕਾ, ਆਂਧਰਾ ਪ੍ਰਦੇਸ਼ ਐਂਡ ਤੇਲੰਗਾਨਾ। ਇਹ ਸਟੇਟ ਦੇ ਵਿੱਚ 2 ਹਾਊਸਿਸ ਨੇ, ਬਾਕੀ ਸਭ ਸਟੇਟ ਦੇ ਵਿੱਚ ਸਿੰਗਲ ਹਾਊਸ ਹੈ ਜਿਹਨੂੰ ਯੂਨੀਕੈਮਰਲ ਫਾਰਮ ਬੋਲਦੇ ਹਾਂ ਆਪਾਂ, ਵਿਧਾਨ ਸਭਾ। ਆਓ ਅਸੀਂ ਗੱਲ ਕਰਾਂਗੇ ਅੱਜ ਸੈਂਟਰਲ ਲੈਜਿਸਲੇਚਰ ਦੀ, ਜਿਹਦੇ ਵਿੱਚ 2 ਹਾਊਸਿਸ ਨੇ, ਲੋਕ ਸਭਾ ਅਤੇ ਰਾਜ ਸਭਾ। ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਕਿ ਲੋਕ ਸਭਾ ਦੇ ਜਿੰਨੇ ਵੀ ਇਨਫੋਰਮੇਸ਼ਨ ਹੋਊਗੀ ਉਹ ਮੈਂ ਗ੍ਰੀਨ ਅਲਫਾਬੈਟਸ ਦੇ ਵਿੱਚ ਡਿਸਪਲੇ ਕੀਤੀ ਆ,
ਅਤੇ ਰਾਜ ਸਭਾ ਦੀ ਜਿੰਨੀ ਵੀ ਇਨਫੋਰਮੇਸ਼ਨ ਆ ਉਹ ਮੈਂ ਰੈੱਡ ਅਲਫਾਬੈਟਸ ਦੇ ਵਿੱਚ ਸ਼ੋਅ ਕੀਤੀ ਹੈ। ਇਹਦੇ ਪਿੱਛੇ ਕਾਰਨ ਹੈ ਕਿਉਂਕਿ ਅਗਰ ਤੁਸੀਂ ਟੀ ਵੀ ਦੇ ਉੱਤੇ ਕਦੇ ਲੋਕ ਸਭਾ ਟੀ ਵੀ ਦੇਖਿਆ ਹੋਵੇ ਤਾਂ ਉਹਨਾਂ ਦਾ ਲੋਗੋ ਜਦੋਂ ਲਾਈਵ ਪ੍ਰੋਸੀਡਿੰਗ ਚੱਲ ਰਹੀ ਹੈ ਤਾਂ ਉੱਥੋਂ ਲੋਕ ਸਭਾ ਦੇ ਵਿੱਚ ਜਿੰਨੇ ਮੈਟਸ ਨੇ ਜਾਂ ਉਹਨਾਂ ਦੇ ਜਿਹੜੇ ਸੋਫਾ ਨੇ ਜਾਂ ਜਿੰਨੇ ਵੀ ਸਿਟਿੰਗ ਪਲਾਨ ਆ ਉਹ ਗ੍ਰੀਨ ਕਲਰ ਦੇ ਨਾਲ ਹੀ ਡਿਜ਼ਾਈਨ ਕੀਤਾ ਗਿਆ। ਰਾਜ ਸਭਾ ਦੇ ਵਿੱਚ ਅਗਰ ਰਾਜ ਸਭਾ ਟੀ ਵੀ ਦਾ ਲੋਗੋ ਦੇਖੋ ਰੈੱਡ ਕਲਰ ਦਾ, ਉਸ ਤੋਂ ਬਾਅਦ ਉੱਥੋਂ ਦੇ ਜਿਹੜਾ ਮੈਟਸ ਨੇਗੇ ਜਾਂ ਉਸ ਤੋਂ ਬਾਅਦ ਜਿਹੜੇ ਉੱਥੇ ਸਿਟਿੰਗ ਅਰੇਂਜਮੈਂਟਸ ਨੇਗੇ ਸੋਫਾ ਨੇਗੇ ਉਹ ਵੀ ਰੈੱਡ ਕਲਰ ਦੇ ਨਾਲ ਡਿਜ਼ਾਈਨ ਕੀਤੇ ਗਏ ਨੇ। ਉਸ ਕਲਰ ਦੀ ਇੰਪੋਰਟੈਂਸ ਨੂੰ ਹੀ ਹਮੇਸ਼ਾ ਅੱਗੇ ਰੱਖਦੇ ਹੋਏ ਮੈਂ ਰੈੱਡ ਅਤੇ ਗ੍ਰੀਨ ਅਲਫਾਬੈਟਸ ਨੂੰ ਫੋਲੋ ਕੀਤਾ। ਲੋਕ ਸਭਾ ਨੂੰ ਹਾਊਸ ਆਫ ਪੀਪਲ ਵੀ ਕਿਹਾ ਜਾਂਦਾ, ਲੋਕਾਂ ਦੀ ਸਭਾ ਹਾਊਸ ਆਫ ਪੀਪਲ, ਅਤੇ ਇਹਨਾਂ ਦੇ ਮੈਂਬਰਸ ਨੂੰ MP ਲੋਕ ਸਭਾ ਕਿਹਾ ਜਾਂਦਾ। ਹੁਣ ਤੱਕ ਤੁਹਾਨੂੰ ਇਹ ਲੱਗਦਾ ਵੀ MP ਮੈਂਬਰ ਆਫ ਪਾਰਲੀਮੈਂਟ ਤਾਂ ਹੁੰਦਾ, ਪਰ ਤੁਹਾਨੂੰ ਇਹ ਨਹੀਂ ਬਾਈਫਰਕੇਟ, ਤੁਸੀਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਮੈਂਬਰ ਲੋਕ ਸਭਾ ਅਤੇ ਮੈਂਬਰ ਰਾਜ ਸਭਾ। ਤਾਂ ਅੱਜ ਤੁਹਾਨੂੰ ਅਸੀਂ ਥੋੜ੍ਹਾ ਜਿਹਾ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਜਿਹਦੇ ਨਾਲ ਤੁਸੀਂ ਹਮੇਸ਼ਾ ਡਿਫਰੈਂਸ਼ੀਏਟ ਕਰੋਗੇ ਕਿ MP ਲੋਕ ਸਭਾ ਅਤੇ MP ਰਾਜ ਸਭਾ ਦੇ ਵਿੱਚ ਕੀ ਫ਼ਰਕ ਹੁੰਦਾ। ਰਾਜ ਸਭਾ ਦੂਸਰੇ ਪਾਸੇ ਜਿਹਨੂੰ ਹਾਊਸ ਆਫ ਸਟੇਟਸ ਜਾਂ ਸਟੇਟਸ ਹਾਊਸ ਵੀ ਕਿਹਾ ਜਾਂਦਾ, ਜਿਸ ਦੇ ਮੈਂਬਰ ਨੂੰ MP ਰਾਜ ਸਭਾ ਵੀ ਕਿਹਾ ਜਾਂਦਾ। ਠੀਕ ਹੈ ਜੀ। ਮੈਂਬਰ ਪਾਰਲੀਮੈਂਟ ਆਫ ਇੰਡੀਆ ਦੇ ਜਿੰਨੇ ਮੈਂਬਰ ਨੇ ਉਹਨਾਂ ਨੂੰ MP ਕਿਹਾ ਜਾਂਦਾ, ਪਰ ਉਹ ਕਿਹੜੇ ਹਾਊਸ ਦੇ ਮੈਂਬਰ ਨੇ ਤਾਂ ਉੱਥੋਂ ਰਿਪਰੈਜ਼ੈਂਟ ਹੁੰਦਾ ਵੀ ਉਹ ਡਾਇਰੈਕਟ ਚੁਣੇ ਹੋਏ ਨੇ ਜਾਂ ਸਟੇਟ ਲੈਜਿਸਲੇਚਰ ਨੇ ਉਹਨਾਂ ਨੂੰ ਚੁਣ ਕੇ ਭੇਜਿਆ। ਆਓ ਅੱਗੇ ਗੱਲ ਕਰਦੇ ਹਾਂ। ਲੋਕ ਸਭਾ ਦੀ ਜਿਹੜੀ ਟੋਟਲ ਸਟਰੈਂਥ ਹੈ ਉਹ 552 ਹੋ ਸਕਦੀ ਆ, ਪਰ ਕਰੰਟਲੀ ਆਪਣੇ ਕੋਲ 545 ਮੈਂਬਰ ਨੇ, ਜਿਨ੍ਹਾਂ ਦੇ ਵਿੱਚੋਂ 543 ਡਾਇਰੈਕਟ ਇਲੈਕਸ਼ਨ ਦੇ ਥਰੂ ਆਏ ਨੇ। ਡਾਇਰੈਕਟ ਇਲੈਕਸ਼ਨ ਕਿਵੇਂ ਹੁੰਦੀ ਆ ਕਿ ਪੂਰੇ ਇੰਡੀਆ ਨੂੰ 543 ਹਿੱਸਿਆਂ ਦੇ ਵਿੱਚ ਕੌਂਸਟੀਟੂਐਂਸੀਜ਼ ਦੇ ਵਿੱਚ ਵੰਡਿਆ ਜਾਂਦਾ ਅਤੇ ਇਲੈਕਸ਼ਨ ਹੁੰਦੀ ਆ, ਅਤੇ ਜਿਹੜੇ ਲੋਕਾਂ ਨੂੰ ਜਿਹੜੇ ਉਮੀਦਵਾਰਾਂ ਨੂੰ ਮੈਕਸੀਮਮ ਵੋਟਸ ਮਿਲਦੀਆਂ ਨੇ ਉਹ ਇਲੈਕਟ ਹੋ ਕੇ ਲੋਕ ਸਭਾ ਦੇ ਵਿੱਚ ਆਉਂਦੇ ਨੇ। ਪਰ 2 ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ। ਇਹ 2 ਮੈਂਬਰਸ ਹੁੰਦੇ ਨੇ ਐਂਗਲੋ ਇੰਡੀਅਨ। ਐਂਗਲੋ ਇੰਡੀਅਨ ਅਗਰ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ ਕਿ ਬ੍ਰਿਟਿਸ਼ਰਸ ਜਿਹੜੀਆਂ ਇੰਡੀਆ ਦੇ ਵਿੱਚ ਫੈਮਲੀਜ਼ ਜਿਨ੍ਹਾਂ ਦਾ ਇੰਡੀਅਨਸ ਦੇ ਨਾਲ ਵਿਆਹ ਹੋਇਆ ਜਾਂ ਉਹ ਇੱਥੇ ਨੇ ਅਤੇ ਉਹਨਾਂ ਦੀ ਅੱਗੇ ਜਿਹੜੀਆਂ ਵੀ ਪੀੜ੍ਹੀਆਂ ਨੇ ਉਹਨਾਂ ਦੇ ਵਿੱਚੋਂ ਨੋਮੀਨੇਟ ਕੀਤੇ ਜਾਂਦੇ ਨੇ। ਅਤੇ ਲੋਕ ਸਭਾ ਦੇ MP ਦੀ ਜਿਹੜੀ ਟਰਮ ਹੈ ਉਹ 5 ਸਾਲ ਦੀ ਹੁੰਦੀ ਆ, 5 ਈਅਰ। ਹਰ 5 ਸਾਲ ਬਾਅਦ ਲੋਕ ਸਭਾ ਡਿਜ਼ੋਲਵ ਹੁੰਦੀ ਆ ਅਤੇ 545 ਮੈਂਬਰ ਹੁੰਦੇ ਨੇ ਉਹ MP ਦੁਬਾਰਾ ਜਨਤਾ ਦੇ ਵਿੱਚ ਜਾਂਦੇ ਨੇ, ਇਲੈਕਸ਼ਨ ਹੁੰਦੀ ਹੈ, ਜਿਨ੍ਹਾਂ ਨੂੰ ਜਨਤਾ ਦੁਬਾਰਾ ਜਿਤਾ ਦਿੰਦੀ ਹੈ ਉਹ ਦੁਬਾਰਾ ਲੋਕ ਸਭਾ ਦੇ ਮੈਂਬਰ ਬਣ ਜਾਂਦੇ ਨੇ, ਅਤੇ ਜਿਹੜੇ ਹਾਰ ਜਾਂਦੇ ਨੇ ਉਹ ਮੈਂਬਰ ਪਾਰਲੀਮੈਂਟ ਨਹੀਂ ਰਹਿੰਦੇ। ਹੁਣ 543 ਜਿਹੜੇ ਡਾਇਰੈਕਟ ਇਲੈਕਟ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚੋਂ 13 MP ਪੰਜਾਬ ਦੇ ਨੇ। ਠੀਕ ਹੈ ਜੀ। ਦੂਜੇ ਪਾਸੇ ਰਾਜ ਸਭਾ ਦੀ ਸਟਰੈਂਥ 245 ਹੈ, ਜਿਨ੍ਹਾਂ ਨੂੰ ਡਾਇਰੈਕਟ ਇਲੈਕਟ ਕੀਤਾ ਜਾਂਦਾ ਸਟੇਟ ਲੈਜਿਸਲੇਚਰ ਵੱਲੋਂ। ਉਸ ਸਟੇਟ ਦੇ ਜਿਹੜਾ ਲੈਜਿਸਲੇਚਰ ਹਾਊਸ ਹੈ, ਵਿਧਾਨ ਸਭਾ ਆ ਜਾਂ ਫਿਰ ਵਿਧਾਨ ਸਭਾ ਜਾਂ ਵਿਧਾਨ ਪਰਿਸ਼ਦ ਹੈ, ਉਹ ਮੈਂਬਰ ਚੁਣ ਕੇ ਭੇਜਦੇ ਨੇ 233 MPs ਨੂੰ। ਅਤੇ ਨੋਮੀਨੇਟਡ ਬਾਈ ਪ੍ਰੈਜ਼ੀਡੈਂਟ ਆਫ ਇੰਡੀਆ 12 ਮੈਂਬਰਸ ਨੇ, ਜਿਨ੍ਹਾਂ ਦਾ ਯੋਗਦਾਨ ਆਰਟ, ਲਿਟਰੇਚਰ, ਸਾਇੰਸ ਐਂਡ ਸੋਸ਼ਲ ਸਰਵਿਸਿਜ਼ ਦੇ ਵਿੱਚ ਹੁੰਦਾ। ਉਹਨਾਂ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਡਾਇਰੈਕਟ ਇਲੈਕਟ ਕਰ ਦਿੰਦਾ, ਜਿੱਦਾਂ ਮੈਰੀ ਕੌਮ ਜੀ ਨੂੰ ਹੁਣ ਕੀਤਾ ਹੋਇਆ ਹੈਗਾ। ਠੀਕ ਹੈ ਜੀ। ਸਪੋਰਟਸ ਦੇ ਕੋਟੇ ਦੇ ਵਿੱਚੋਂ। ਰਾਜ ਸਭਾ MP ਦੀ ਜਿਹੜੀ ਟਰਮ ਹੈ ਉਹ 6 ਸਾਲ ਦੀ ਹੁੰਦੀ ਆ। ਇੱਥੇ ਤੁਸੀਂ ਦੇਖੋਗੇ ਕਿ ਜਿਹੜਾ ਰਾਜ ਸਭਾ MP ਹੈ ਉਹ 6 ਸਾਲ ਦੇ ਲਈ MP ਬਣਦਾ, ਜਿਹੜਾ ਲੋਕ ਸਭਾ MP ਆ ਉਹ 5 ਸਾਲ ਦੇ ਲਈ ਬਣਦਾ। ਅਤੇ 233 MPs ਦੇ ਵਿੱਚੋਂ 7 MP ਪੰਜਾਬ ਦੇ ਨੇ ਰਾਜ ਸਭਾ ਦੇ ਵਿੱਚ। ਠੀਕ ਹੈ ਜੀ। ਜਿੱਦਾਂ ਸੁਖਦੇਵ ਸਿੰਘ ਢੀਂਡਸਾ, ਆਪਣਾ ਭੁੰਦੜ ਜੀ, ਉਸ ਤੋਂ ਬਾਅਦ ਅੰਬਿਕਾ ਸੋਨੀ। ਸੋ ਇਸ ਤਰੀਕੇ ਨਾਲ ਆਪਣੇ 7 MP ਪੰਜਾਬ ਦੇ ਨੇ। ਇਹ ਤੁਹਾਡੇ ਲਈ ਹੋਮਵਰਕ ਹੈ। ਅਤੇ ਉਸ ਤੋਂ ਪਹਿਲਾਂ ਮੈਂ ਗੱਲ ਕਰਾਂ, ਇਹ ਜਿੰਨੀ ਵੀ ਸਟਰੈਂਥ ਦੇ ਕੁਐਸਚਨਸ ਨੇ ਜਾਂ ਟਰਮ ਦੇ ਕੁਐਸਚਨਸ ਨੇ ਜਾਂ ਨੋਮੀਨੇਟਡ ਦੇ ਉੱਤੇ ਕੁਐਸਚਨ ਪੱਕਾ ਆਉਂਦਾ ਹੀ ਆਉਂਦਾ ਕਿ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਜਾਂ ਕੌਣ ਕਰਦਾ, ਕਿੰਨੇ ਮੈਂਬਰਸ ਹੁੰਦੇ ਨੇ, ਕਿਹੜੀ ਕਮਿਊਨਿਟੀ ਤੋਂ ਹੁੰਦੇ ਨੇ, ਆਰਟ ਦੇ, ਲਿਟਰੇਚਰ ਦੇ, ਸਾਇੰਸ, ਐਂਗਲੋ ਇੰਡੀਅਨ, ਰਾਜ ਸਭਾ ਦੇ ਵਿੱਚ ਕਿੰਨੇ, ਲੋਕ ਸਭਾ ਦੇ ਵਿੱਚ ਕਿੰਨੇ। ਇਹ ਸਾਰੇ ਇਕੱਲੇ ਕੁਐਸਚਨਸ ਤੁਸੀਂ ਕਈ ਵਾਰ ਪੇਪਰ ਦੇ ਵਿੱਚ ਜਦੋਂ ਪ੍ਰੈਕਟਿਸ ਪੇਪਰ ਕਰੋਗੇ ਤੁਹਾਨੂੰ ਇਹ ਕੁਐਸਚਨ ਹਮੇਸ਼ਾ ਮਿਲਣਗੇ। ਸੋ ਇਸ ਕਰਕੇ ਫੈਕਚੁਅਲ ਇਨਫੋਰਮੇਸ਼ਨ ਤੁਹਾਡੇ ਹਮੇਸ਼ਾ ਯਾਦ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਅਸੀਂ ਅੱਗੇ ਗੱਲ ਕਰਾਂਗੇ ਲੋਕ ਸਭਾ ਦੇ ਹੈੱਡ ਦੀ। ਹੈੱਡ ਆਫ ਦਾ ਹਾਊਸ ਕਿਹਨੂੰ ਕਿਹਾ ਜਾਂਦਾ ਹੈ? ਸਪੀਕਰ ਆਫ ਲੋਕ ਸਭਾ ਨੂੰ। ਸਪੀਕਰ ਆਫ ਲੋਕ ਸਭਾ ਜਿਹੜਾ ਹੁੰਦਾ ਉਹ ਹੈੱਡ ਹੁੰਦਾ ਲੋਕ ਸਭਾ ਹਾਊਸ ਦਾ।
ਅਤੇ ਹੁਣ ਇਸ ਟਾਈਮ ਓਮ ਬਿਰਲਾ ਜੀ ਸਪੀਕਰ ਨੇਗੇ ਲੋਕ ਸਭਾ ਦੇ। ਦੂਸਰੀ ਸਾਈਡ ਅਗਰ ਆਪਾਂ ਗੱਲ ਕਰੀਏ ਰਾਜ ਸਭਾ ਹੈੱਡ ਦੀ, ਤਾਂ ਰਾਜ ਸਭਾ ਦੇ ਹੈੱਡ ਨੂੰ ਚੇਅਰਮੈਨ ਆਫ ਰਾਜ ਸਭਾ ਕਿਹਾ ਜਾਂਦਾ ਅਤੇ ਜਿਹੜਾ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਹੀ ਰਾਜ ਸਭਾ ਦਾ ਚੇਅਰਮੈਨ ਹੁੰਦਾ ਆ। ਅਤੇ ਕਰੰਟਲੀ ਆਪਣੇ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਜੀ ਆਪਣੇ ਕਰੰਟਲੀ ਰਾਜ ਸਭਾ ਦੇ ਚੇਅਰਮੈਨ ਨੇ। ਅਤੇ ਬਾਕੀ ਅਸੀਂ ਗੱਲ ਕਰਾਂਗੇ ਅਗਲੀ ਵੀਡੀਓਜ਼ ਦੇ ਵਿੱਚ। ਵੱਧ ਤੋਂ ਵੱਧ ਸਬਸਕ੍ਰਾਈਬ ਐਂਡ ਸ਼ੇਅਰ ਵਿਦ ਯੂਅਰ ਫਰੈਂਡਸ ਐਂਡ ਸਰਕਲਸ ਐਂਡ ਐਟ ਯੂਅਰ ਵਿਲੇਜ ਐਂਡ ਦਾ ਅਦਰ ਗਰੁੱਪਸ, ਤਾਂ ਜੋ ਹਰ ਇੱਕ ਤੱਕ ਇਹ ਇਨਫੋਰਮੇਸ਼ਨ ਪਹੁੰਚੇ ਅਤੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਵੇ।